ਲੁਧਿਆਣਾ ਦੇ ਇੱਕ 6ਵੀਂ ਜਮਾਤ ਦੇ ਵਿਦਿਆਰਥੀ ਵਿਰਾਜ ਗੁਪਤਾ ਨੇ ਇੱਕ ਅਜਿਹਾ ਯੰਤਰ ਇੱਕ ਅਜਿਹਾ ਰੋਬੋਟ ਤਿਆਰ ਕਰ ਦਿੱਤਾ ਹੈ ਕਿ ਕਿਸਾਨ ਨੂੰ ਨਾ ਤਾਂ ਆਪਣੀ ਫਸਲ ਵਾਹੁਣ ਦੇ ਵਿੱਚ ਕੋਈ ਪਰੇਸ਼ਾਨੀ ਆਵੇਗੀ, ਨਾ ਫਸਲ ਬੀਜਣ ਦੇ ਵਿੱਚ ਕੋਈ ਪਰੇਸ਼ਾਨੀ ਆਵੇਗੀ, ਨਾ ਉਸ ਫਸਲ ਨੂੰ ਜਦੋਂ ਕੋਈ ਛਿੜਕਾਅ ਕਰਦੇ ਆ ਕੀਟਨਾਸ਼ਕ ਦੀ ਉਸ ਦੀ ਸਮੱਸਿਆ ਆਵੇਗੀ। ਇੱਥੋਂ ਤੱਕ ਕਿ ਕਿਸਾਨ ਆਪਣੇ ਘਰ ਬੈਠਾ ਆਪਣੀ ਫਸਲ ਦੀ ਰਾਖੀ ਵੀ ਸੀਸੀਟੀਵੀ ਕੈਮਰੇ ਦੇ ਜ਼ਰੀਏ ਕਰ ਸਕੇਗਾ। ਇਹ ਆਈਡੀਆ ਕਿਵੇਂ ਆਇਆ ਕਿਸਾਨਾਂ ਦੀ ਸਹੂਲਤ ਦੇ ਲਈ? ਇੱਕ ਤੁਸੀਂ ਬਹੁਤ ਵਧੀਆ ਚੀਜ਼ ਤਿਆਰ ਕੀਤੀ है, मॉडल ਉਹਦਾ पेश कर देता है। मैंने एक एग्जीबिशन अटेंड की थी PAU में एग्रीकल्चर के बारे में और मेरे को वो बहुत अच्छी लगी। और मेरे पापा और मेरे दादू दोनों ही सर्जन्स हैं, तो हमेशा बातें करते रहते हैं अबाउट रोबोटिक सर्जरी और कहते हैं रोबोटिक्स इज़ द फ्यूचर। तो मैंने सोचा कि अगर रोबोट सर्जरीज़ में यूज़ हो सकते हैं देन वाई नॉट फार्मिंग। तो सबसे पहले और जिसका इसका मोस्ट इम्पॉर्टेंट पार्ट है वो है इसका सॉइल मॉइस्चर सेंसर। सो इस डिवाइस से हम चेक कर सकते हैं कि सॉइल के अंदर कितना पानी है और जो रिज़ल्ट है उससे हम डिपेंड कर सकते हैं कि हमें कितना पानी और देना है। उसको एक मैसेज आएगा अपने फ़ोन पे कि जो आपके सॉइल के अंदर जो मॉइस्चर है उसकी रीडिंग ये आ रही है, तो उसके अकॉर्डिंग वो अपने खेतों को पानी दे सकते। सेकंड फंक्शन है वो है इसकी रोबोटिक प्लोअर आर्म। तो ये यूज़ होती है हमारे जो सारे खेत हैं उनको प्लो करने में, उनको खोदने में। ਪਰ ਜੇ ਤੁਸੀਂ ਕਣਕ ਦਾ ਛੱਟਾ ਦੇਣਾ ਹੈ ਤਾਂ ਉਹਦੇ ਵਾਸਤੇ ਤੁਹਾਨੂੰ 2 3 4 ਬੰਦੇ ਹਾਇਰ ਕਰਨੇ ਪੈਂਦੇ ਨੇ, ਜਾਂ ਫਿਰ ਆਪਾਂ ਡਰਿਲ ਮਸ਼ੀਨ ਦੇ ਨਾਲ ਬੀਜਦੇ ਆ ਤਾਂ ਉਹ ਕੰਮ ਜਿਹੜਾ ਹੈ ਉਹ ਇਹ ਮਸ਼ੀਨ ਆਟੋਮੈਟਿਕ ਕਰੇਗੀ ਸਿਰਫ ਇੱਕ ਫੋਨ ਦੀ ਕਮਾਂਡ ਦੇ ਉੱਤੋਂ। ਇੱਕ ਵਾਰੀ ਚਲਾ ਕੇ ਇਹਨੂੰ ਦਿਖਾ ਦਿਓ ਤਾਂ ਜਿਵੇਂ ਇੱਥੋਂ ਫੋਨ ਤੋਂ ਕਮਾਂਡ ਜਾਂਦੀ ਹੈ ਤਾਂ ਜਿਹੜੇ ਬੀਜ ਨੇ ਉਹ ਗਿਰਦੇ ਨੇ। तो लास्ट फंक्शन है वो इसके हार्वेस्टर है। अच्छा तमाम ਆਪਾਂ ਦੇਖੋ ਹਾਰਵੈਸਟਰ ਮਤਲਬ ਜਦੋਂ ਤੁਸੀਂ ਫਸਲ ਵੱਢਣੀ ਹੈ, ਕਣਕ ਝੋਨੇ ਦੀ ਫਸਲ ਜਦੋਂ ਵੱਢਣੀ ਹੈ ਤਾਂ ਦੇਖੋ ਅਲੱਗ-ਅਲੱਗ ਚੀਜ਼ਾਂ ਤੁਹਾਡੇ ਕੋਲ ਸਪਰੇਅ ਵਾਲੀ ਅਲੱਗ ਮਸ਼ੀਨ ਹੋਊਗੀ। ਇਸ ਤੋਂ ਇਲਾਵਾ ਜਦੋਂ ਫਸਲ ਵੱਢਦੇ ਆ ਤਾਂ ਕੰਬਾਈਨਸ ਆ ਜਾਂਦੀਆਂ ਨੇ ਖੇਤਾਂ ਦੇ ਵਿੱਚ, ਉਹ ਅਲੱਗ ਲਿਆਉਣੀ ਪੈਂਦੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਜ਼ਮੀਨ ਦੀ ਜਿਵੇਂ ਨਮੀ ਦੀ ਗੱਲ ਕੀਤੀ ਤਾਂ ਉਹਦੇ ਵਾਸਤੇ ਅਲੱਗ ਤੁਹਾਨੂੰ ਐਕਸਪਰਟਸ ਬੁਲਾਉਣੇ ਪੈਂਦੇ ਨੇ। ਪਰ ਇਹ ਪੈਕੇਜ ਆ, ਫੁੱਲੀ ਪੈਕੇਜ ਆ ਇੱਕੋ ਚੀਜ਼ ਦੇ ਨਾਲ। ਜ਼ਮੀਨ ਨੂੰ ਵਾਹੁਣ ਤੋਂ ਲੈ ਕੇ ਤਿਆਰ ਕਰਨ ਤੋਂ ਲੈ ਕੇ ਪਾਣੀ ਲਗਾਉਣ ਤੋਂ ਲੈ ਕੇ ਫਸਲ ਬੀਜਣ ਤੱਕ, ਬੀਜਣ ਤੋਂ ਵੱਢਣ ਤੱਕ ਸਾਰੀਆਂ ਸਹੂਲਤਾਂ ਇਸ ਰੋਬੋਟਸ ਦੇ ਵਿੱਚ ਵਿਰਾਜ ਦੇ ਵੱਲੋਂ ਪਾ ਦਿੱਤੀਆਂ ਗਈਆਂ ਨੇ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਕਿਸਾਨ ਨੂੰ ਆਪਣੀ ਫਸਲ ਬੀਜਣ ਤੋਂ ਲੈ ਕੇ ਸੰਭਾਲਣ ਤੱਕ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਹਨਾਂ ਕਿਸਾਨਾਂ ਦੀਆਂ ਇਹਨਾਂ तमाम ਮੁਸ਼ਕਲਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਲੁਧਿਆਣਾ ਦੇ ਇੱਕ 6ਵੀਂ ਜਮਾਤ ਦੇ ਵਿਦਿਆਰਥੀ ਵਿਰਾਜ ਗੁਪਤਾ ਨੇ ਇੱਕ ਅਜਿਹਾ ਯੰਤਰ ਇੱਕ ਅਜਿਹਾ ਰੋਬੋਟ ਤਿਆਰ ਕਰ ਦਿੱਤਾ ਹੈ ਕਿ ਕਿਸਾਨ ਨੂੰ ਨਾ ਤਾਂ ਆਪਣੀ ਫਸਲ ਵਾਹੁਣ ਦੇ ਵਿੱਚ ਕੋਈ ਪਰੇਸ਼ਾਨੀ ਆਵੇਗੀ, ਨਾ ਫਸਲ ਬੀਜਣ ਦੇ ਵਿੱਚ ਕੋਈ ਪਰੇਸ਼ਾਨੀ ਆਵੇਗੀ, ਨਾ ਉਸ ਫਸਲ ਨੂੰ ਜਦੋਂ ਕੋਈ ਛਿੜਕਾਅ ਕਰਦੇ ਆ ਕੀਟਨਾਸ਼ਕ ਦੀ ਉਸ ਦੀ ਸਮੱਸਿਆ ਆਵੇਗੀ। ਇੱਥੋਂ ਤੱਕ ਕਿ ਕਿਸਾਨ ਆਪਣੇ ਘਰ ਬੈਠਾ ਆਪਣੀ ਫਸਲ ਦੀ ਰਾਖੀ ਵੀ ਸੀਸੀਟੀਵੀ ਕੈਮਰੇ ਦੇ ਜ਼ਰੀਏ ਕਰ ਸਕੇਗਾ। ਔਰ ਖਾਸ ਗੱਲ ਹੈ ਕਿ ਇਸ ਰੋਬੋਟ ਦੇ ਵਿੱਚ ਇੱਕ ਅਜਿਹੀ ਹੋਰ ਜਿਹੜੇ ਫੰਕਸ਼ਨ ਐਡ ਕੀਤਾ ਹੈ ਕਿ ਤੁਸੀਂ ਉਸ ਰੋਬੋਟ ਨੂੰ ਜ਼ਮੀਨ ਦੇ ਉੱਤੇ ਰੱਖ ਕੇ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡੀ ਜ਼ਮੀਨ ਨੂੰ ਪਾਣੀ ਦੀ ਲੋੜ ਹੈ ਕਿ ਨਹੀਂ ਹੈ। ਤਾਂ ਵਿਰਾਜ ਗੁਪਤਾ ਸਾਡੇ ਨਾਲ ਨੇ। ਖਾਸ ਗੱਲ ਹੈ ਕਿ ਵਿਰਾਜ ਦੇ ਵੱਲੋਂ ਇਸ ਮਾਡਲ ਦੇ ਨਾਲ ਇੰਡੀਆ ਬੁੱਕ ਆਫ ਰੈਕਰਡਸ ਦੇ ਵਿੱਚ ਆਪਣਾ ਨਾਮ ਵੀ ਦਰਜ ਕਰਵਾ ਲਿਆ। ਤਾਂ ਵਿਰਾਜ ਦੇ ਨਾਲ ਗੱਲਬਾਤ ਵੀ ਕਰਾਂਗੇ, ਆਈਡੀਆ ਕਿਵੇਂ ਆਇਆ ਔਰ ਖਾਸ ਤੌਰ ਦੇ ਉੱਤੇ ਕਿਸਾਨਾਂ ਦੇ ਲਈ ਹੀ ਕਿਉਂ ਇਹ ਆਈਡੀਆ ਆਇਆ ਔਰ ਕਿੰਨਾ ਸਮਾਂ ਲੱਗਾ ਤੇ ਕਿਵੇਂ ਤਿਆਰ ਕੀਤਾ। ਵਿਰਾਜ ਬਹੁਤ ਬਹੁਤ ਸਵਾਗਤ ਹੈ ਔਰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਤੁਸੀਂ ਇੱਕ ਵੱਡਾ ਰੈਕਰਡ ਇੰਨੀ ਛੋਟੀ ਉਮਰ ਦੇ ਵਿੱਚ ਬਣਾ ਦਿੱਤਾ ਹੈ। ਏਜ ਕਿੰਨੀ ਹੈ ਤੁਹਾਡੀ ਵਿਰਾਜ? मैं 11 साल का हूँ। ਅੱਛਾ, ਕਿਹੜੇ ਸਕੂਲ 'ਚ ਪੜ੍ਹਦੇ ਹੋ ਤੁਸੀਂ? मैं सतपाल मित्तल स्कूल में पढ़ता हूँ। ਅੱਛਾ ਵਿਰਾਜ, ਕਦੇ ਖੇਤਾਂ 'ਚ ਜਾ ਕੇ ਦੇਖਿਆ? ਪੰਜਾਬ ਦੀਆਂ ਖੇਤਾਂ ਦੇ ਵਿੱਚ ਫਸਲਾਂ ਦੇ ਵਿੱਚ ਜਾ ਕੇ ਦੇਖਿਆ ਕਦੇ? हाँ, मैंने PAU के खेतों में जाके देखा था। ਅੱਛਾ ਅੱਛਾ, ਫਿਰ ਇਹ ਆਈਡੀਆ ਕਿਵੇਂ ਆਇਆ ਕਿਸਾਨਾਂ ਦੀ ਸਹੂਲਤ ਦੇ ਲਈ? ਇੱਕ ਤੁਸੀਂ ਬਹੁਤ ਵਧੀਆ ਚੀਜ਼ ਤਿਆਰ ਕੀਤੀ ਹੈ, ਮਾਡਲ ਉਹਦਾ ਪੇਸ਼ ਕਰ ਦਿੱਤਾ ਹੈ, ਰਿਕਾਰਡ ਵੀ ਬਣਾ ਦਿੱਤਾ ਹੈ। ਕਿਵੇਂ ਆਈਡੀਆ ਆਇਆ ਮਾਈਂਡ ਦੇ ਵਿੱਚ? तो मैंने एक एग्जीबिशन अटेंड की थी PAU में एग्रीकल्चर के बारे में और मेरे को वो बहुत अच्छी लगी। और मेरे पापा और मेरे दादू दोनों ही सर्जन्स हैं, तो हमेशा बातें करते रहते हैं अबाउट रोबोटिक सर्जरी और कहते हैं रोबोटिक्स इज़ द फ्यूचर। तो मैंने सोचा कि अगर रोबोट सर्जरीज़ में यूज़ हो सकते हैं देन वाई नॉट फार्मिंग।
ਅੱਛਾ, ਫਿਰ ਉਸ ਤੋਂ ਬਾਅਦ ਤੁਸੀਂ ਕਿਸਾਨਾਂ ਦੀਆਂ, ਫਿਰ ਇਹ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਪਤਾ ਸੀਗਾ ਵੀ ਕਿਸਾਨਾਂ ਨੂੰ ਮੁਸ਼ਕਲ ਕੀ ਆਉਂਦੀ ਹੈ? ਕਿਉਂਕਿ ਜੇ ਤੁਸੀਂ ਰੋਬੋਟ ਬਣਾਇਆ ਤਾਂ ਸਾਰੀਆਂ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਬਣਾ ਦਿੱਤਾ, ਹੈ ਨਾ? ਤਾਂ ਉਹ ਕਦੀ ਕਿਸਾਨਾਂ ਨਾਲ ਗੱਲਬਾਤ ਹੋਈ, ਇੰਟਰੈਕਸ਼ਨ होई कभी किसानों के नाल? हाँ, अभी हम उस चीज़ पे वर्क कर रहे हैं कि मेरी इंटरेक्शन किसी फार्मर के साथ हो जाए और वो फार्मर्स के द्वारा ही एक्सेप्टेड हो जाए मेरा प्रोजेक्ट। ਅੱਛਾ, ਫਿਰ ਇਹ ਫੰਕਸ਼ਨਿੰਗ ਦੱਸੋਗੇ ਇਹਦੀ, ਫਿਰ ਕਿਵੇਂ ਫੰਕਸ਼ਨ ਕਰਦਾ ਹੈ, ਕਿਵੇਂ ਚੱਲਦਾ ਹੈ, ਕਿਸਾਨ ਕਿਵੇਂ ਇਹਨੂੰ ਯੂਜ਼ ਕਰ ਸਕਦੇ ਨੇ? ਤਾਂ ਕੱਲੀ ਚੀਜ਼ ਇੱਕ ਵਾਰੀ ਕਰਕੇ ਉਹਨੂੰ ਐਕਸਪਲੇਨ ਵੀ ਕਰਿਓ ਤਾਂ ਜੋ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਕਿਸਾਨ ਤੁਹਾਨੂੰ ਦੇਖ ਰਹੇ ਨੇ, ਉਹ ਆਸਾਨੀ ਨਾਲ ਸਮਝ ਸਕਣ ਇਸ ਗੱਲ ਨੂੰ। ठीक है। ਤਾਂ ਸ਼ੁਰੂਆਤ ਜਿਹੜੀ ਹੈ ਉਹ ਵਿਰਾਜ ਤੁਹਾਨੂੰ ਕਰਕੇ ਦੱਸਣਗੇ। ਔਰ ਵੱਡੀ ਗੱਲ ਹੈ ਕਿ ਇਹ ਸਾਰਾ ਫੰਕਸ਼ਨ ਤੁਸੀਂ ਕਿਸਾਨ ਆਪਣੇ ਫੋਨ ਦੇ ਉੱਤੋਂ ਹੀ ਇਸ ਨੂੰ ਪੂਰਾ ਵਰਕਿੰਗ ਦੇ ਵਿੱਚ ਲਿਆ ਸਕਦੇ ਨੇ। ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਨਾਲ ਦੀ ਨਾਲ ਕਮਾਂਡਸ ਵੀ ਦੱਸਣ, ਨਾਲ ਦੀ ਨਾਲ ਜੋ ਐਕਸਪਲੇਨ ਕਰਨਗੇ ਵਿਰਾਜ ਉਹ ਵੀ ਜ਼ਰੂਰ ਦਰਸ਼ਕਾਂ ਨੂੰ ਜਿਹੜਾ ਕਿਸਾਨਾਂ ਤੱਕ ਜ਼ਰੂਰ ਪਹੁੰਚਾਉਣ। तो सबसे पहले और जिसका इसका मोस्ट इम्पॉर्टेंट पार्ट है वो है इसका सॉइल मॉइस्चर सेंसर। ਅੱਛਾ, ਤਾਂ ਜਿਵੇਂ ਵਿਰਾਜ ਆਪਣੇ ਫੋਨ ਤੋਂ ਕਮਾਂਡ ਦੇ ਰਹੇ ਨੇ, ਜਿਹੜਾ ਮੋਇਸਚਰ ਹੈ ਜ਼ਮੀਨ ਦਾ ਚੈੱਕ ਕਰਨ ਦੇ ਲਈ ਵੀ ਕਿੰਨੀ ਕੁ ਨਮੀ ਹੈ ਜ਼ਮੀਨ ਦੇ ਵਿੱਚ, ਤਾਂ ਉਹ ਤੁਸੀਂ ਹੁਣ ਦੇਖੋਗੇ। ਤਾਂ ਇਹ सो इस डिवाइस से हम चेक कर सकते हैं कि सॉइल के अंदर कितना पानी है और जो रिज़ल्ट है उससे हम डिपेंड कर सकते हैं कि हमें कितना पानी और देना है अच्छा। अपनी क्रॉप्स को। ਅੱਛਾ तो जो इसका सेकंड पार्ट है वो है इसका रोबोटिक फ्लोअर आर्म। ਤਾਂ ਅੱਛਾ, ਤੁਸੀਂ ਖੇਤਾਂ ਨੂੰ ਜੇ ਵਾਹੁਣਾ ਹੈ, ਖੇਤ ਨੂੰ ਜੇਕਰ ਹਲ ਫੇਰਨਾ ਹੈ ਤੇ ਉਹਦੇ ਲਈ ਤੁਹਾਨੂੰ ਬਾਹਲਾ ਟਰੈਕਟਰ ਦੇ ਉੱਤੇ ਤੇਲ ਫੂਕਣ ਦੀ ਲੋੜ ਨਹੀਂ ਪਏਗੀ। ਉਹ ਵੀ ਤੁਹਾਡਾ ਕੰਮ ਆਸਾਨ ਵਿਰਾਜ ਨੇ ਕਰ ਦਿੱਤਾ ਹੈ। ਇੱਕ ਵਾਰੀ ਉਹ ਵੀ ਦੱਸ ਦਿਓ ਵੀ ਹਲਾਂ ਫੇਰਨੀਆਂ ਕਿੱਦਾਂ ਨੇ ਖੇਤ ਦੇ ਵਿੱਚ। इसमें मैंने एक बैटरी लगाई है जिस बैटरी की वजह से वो चल सकता है। अगर बैटरी बाय चांस ख़राब हो जाए तो उसके लिए मैंने एक पावर बैकअप भी ऐड किया है, दैट इज़ अ सोलर पैनल। ਅੱਛਾ, ਸੋਲਰ ਪੈਨਲ ਵੀ ਫਿੱਟ ਕੀਤਾ ਵੀ ਜੇਕਰ ਕਿਤੇ ਬੈਟਰੀ ਮੁੱਕ ਵੀ ਜਾਵੇ ਤਾਂ ਫਿਰ ਤੁਸੀਂ ਸੂਰਜ ਦੇ ਨਾਲ ਵੀ ਇਹਦੀ ਮਦਦ ਲੈ ਸਕਦੇ ਹੋ। हाँ जी। ਤਾਂ ਮੈਂ ਕਹੂੰਗਾ ਇੱਕ ਵਾਰੀ ਇਹ ਵੀ ਫੰਕਸ਼ਨ ਜ਼ਰੂਰ ਦਿਖਾ ਦਿਓ ਦਰਸ਼ਕਾਂ ਨੂੰ। इसका फंक्शन इसमें है नहीं है, इसको अलग से वर्क कराना पड़ता है। ਅੱਛਾ, ਤਾਂ ਮਤਲਬ ਇਹ ਵੀ ਤੁਹਾਡੇ ਉਹਦੇ ਨਾਲ ਅਟੈਚ ਹੋ ਜਾਊਗਾ ਕਿਉਂਕਿ ਇਹਦੇ ਉੱਤੇ ਵਰਕਿੰਗ ਅਜੇ ਤੱਕ ਚੱਲ ਰਹੀ ਹੈ, ਹਨਾ? ਅੱਛਾ ਵਿਰਾਜ, ਜਿਵੇਂ ਇਹ ਤੁਸੀਂ ਸੋਇਲ ਮੋਇਸਚਰ ਦਾ ਦੱਸ ਰਹੇ ਸੀਗੇ, ਸੈਂਸਰ ਫਿੱਟ ਕੀਤਾ ਇਹਦੇ ਵਿੱਚ, ਇਹ ਜਦੋਂ ਜ਼ਮੀਨ ਨੂੰ ਲੱਗੇਗਾ ਤਾਂ ਫਿਰ ਉਹ ਕਿਸਾਨ ਨੂੰ ਕਿਵੇਂ ਪਤਾ ਲੱਗੇਗਾ ਕਿ ਉਸਦੀ ਜ਼ਮੀਨ ਦੇ ਵਿੱਚ ਮੋਇਸਚਰ ਕਿੰਨਾ ਹੈ, ਕਿੰਨੀ ਨਮੀ ਹੈ? उसको एक मैसेज आएगा अपने फ़ोन पे कि जो आपके सॉइल के अंदर जो मॉइस्चर है उसकी रीडिंग ये आ रही है। अच्छा। तो उसके अकॉर्डिंग वो अपने खेतों को पानी दे सकता है। ਅੱਛਾ, ਇਹਦੇ ਵਿੱਚ ਇਹ ਵੀ ਦੱਸਿਆ ਜਾਊਗਾ ਵੀ ਕਿੰਨੀ ਨਮੀ ਤੱਕ ਤੁਸੀਂ ਪਾਣੀ ਨਹੀਂ ਲਾਉਣਾ ਜਾਂ ਉਸ ਦਾ ਲੈਵਲ ਕਿੰਨਾ ਹੋ ਗਿਆ, ਕਿੰਨੇ ਪਾਣੀ ਦੀ ਲੋੜ ਹੈ? हाँ, उसमें हम रेंज पता कर सकते हैं उसकी। ਅੱਛਾ, ਇਹ ਵੀ ਪਤਾ ਲੱਗ ਜਾਊਗਾ ਵੀ ਵਾਕਈ ਪਾਣੀ ਇੰਨੀ ਨਮੀ ਹੈਗੀ ਹੈ, ਇੰਨੇ ਦਿਨ ਰੋਕਣਾ ਪੈ ਸਕਦਾ ਤੁਹਾਨੂੰ ਜੇਕਰ ਪਾਣੀ ਲਾਉਣਾ ਉਹਨੂੰ, ਤਾਂ ਉਹਦੇ ਵਿੱਚ ਜਿਹੜਾ ਡਿਫਰੈਂਸ ਹੋਊਗਾ, ਹੈ ਨਾ, ਉਹ ਨਿਕਲ ਸਕੂਗਾ ਇਹਦੇ ਤੇ। हाँ, ਅੱਛਾ, ਤਾਂ ਅੱਗੇ ਹੋਰ ਕੀ ਫੰਕਸ਼ਨ ਹੈਗੇ ਨੇ ਇਹਦੇ ਵਿੱਚ? तो जो इसका सेकंड फंक्शन है वो है इसकी रोबोटिक फ्लोअर आर्म। ਅੱਛਾ, तो ये यूज़ होती है हमारे जो सारे खेत हैं उनको प्लो करने में, उनको खोदने में। ਬਹੁਤ ਸਾਰੇ ਸਾਡੇ ਪੰਜਾਬੀ ਕਿਸਾਨ ਭਰਾ ਦੇਖ ਰਹੇ ਹੋਣਗੇ ਤਾਂ ਹਲ ਕਹਿ ਸਕਦੇ ਆ ਇਹਨੂੰ ਆਪਾਂ, ਖੇਤ ਨੂੰ ਵਾਹੁਣ ਦੇ ਲਈ ਇਹ ਜੁਗਾੜ ਇਸ ਦੇ ਨਾਲ ਜਿਹੜਾ ਬਣਾਇਆ ਗਿਆ। ਤਾਂ ਇਹ ਫਿਰ ਇਹਦੀ ਪਾਵਰ ਅਜੇ ਤੱਕ ਤਾਂ ਚਲੋ ਇਹ ਮਾਡਲ ਹੈ, ਕਿੰਨੀ ਕੁ ਸੋਚੀ ਹੈ ਕਿ ਟਰੈਕਟਰ ਵਾਂਗ ਖੇਤ ਵਾਹ ਦੂਗਾ ਫਿਰ? ये अभी तो जैसे छोटा मॉडल है, एक प्रोटोटाइप है। मैं इसको और थोड़ा बड़ा बनाना चाहूँगा, इसको और थोड़ा बेटर बनाना चाहूँगा कि ताकि ये मतलब गवर्नमेंट एक्सेप्टेड हो जाए। ਅੱਛਾ, ਫਿਰ ਨੈਕਸਟ ਫੰਕਸ਼ਨ ਕੀ ਹੈਗਾ ਵਿਰਾਜ ਇਹਦੇ ਵਿੱਚ? तो इसका नेक्स्ट फंक्शन है ये सीड सोअर। ਅੱਛਾ, ਖੇਤ ਦੇ ਵਿੱਚ ਜਾ ਕੇ ਛੱਟਾ ਵੀ ਨਹੀਂ ਦੇਣਾ ਪਊਗਾ, ਹੈ? हाँ, इसमें ये सीड्स अपने आप गिरते हैं। अच्छा। तो इस डिस्पेंसर की हेल्प से हम अपने सीड सो कर सकते हैं डिफरेंट टाइप्स के। ਅੱਛਾ, ਦੇਖੋ ਇਹ ਵੀ ਇਹਦੇ ਵਿੱਚ ਤੁਹਾਡੀ ਲਾਗਤ ਹੈ ਨਾ, ਜਿਹੜਾ ਖਰਚ ਆਉਂਦਾ ਹੈ। ਜਿਵੇਂ ਫੋਰ ਐਗਜ਼ਾਮਪਲ ਜੇ ਤੁਸੀਂ ਕਣਕ ਦਾ ਛੱਟਾ ਦੇਣਾ ਹੈ ਤਾਂ ਉਹਦੇ ਵਾਸਤੇ ਤੁਹਾਨੂੰ 2 3 4 ਬੰਦੇ ਹਾਇਰ ਕਰਨੇ ਪੈਂਦੇ ਨੇ, ਜਾਂ ਫਿਰ ਆਪਾਂ ਡਰਿਲ ਮਸ਼ੀਨ ਦੇ ਨਾਲ ਬੀਜਦੇ ਆ, ਤਾਂ ਉਹ ਕੰਮ ਜਿਹੜਾ ਹੈ ਉਹ ਇਹ ਮਸ਼ੀਨ ਆਟੋਮੈਟਿਕ ਕਰੇਗੀ ਸਿਰਫ ਇੱਕ ਫੋਨ ਦੀ ਕਮਾਂਡ ਦੇ ਉੱਤੋਂ। ਇੱਕ ਵਾਰੀ ਚਲਾ ਕੇ ਇਹਨੂੰ ਦਿਖਾ ਦਿਓ ਤਾਂ ਜਿਵੇਂ ਇੱਥੋਂ ਫੋਨ ਤੋਂ ਕਮਾਂਡ ਜਾਂਦੀ ਹੈ ਤਾਂ ਜਿਹੜੇ ਬੀਜ ਨੇ ਉਹ ਗਿਰਦੇ ਨੇ। ਅੱਛਾ, ਇੱਕ ਗੱਲ ਹੋਰ ਹੈ, ਇਹਦੇ ਵਿੱਚ ਉਸ ਚੀਜ਼ ਦੇ ਉੱਤੇ ਵੀ ਕੰਮ ਕਰ ਰਹੇ ਹੋ ਵੀ ਕਿੰਨਾ ਬੀ, ਜਿਵੇਂ ਆਪਾਂ ਗੱਲ ਕਰ ਲਈਏ ਵੀ ਇੰਨੀ ਜ਼ਮੀਨ ਦੇ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ ਨਾ, ਫਿਰ ਉਹਦੇ ਬੀਜ ਉਨੇ ਹੀ ਡਿੱਗਣ, ਇਹਦੇ ਉੱਤੇ ਵੀ ਕੰਮ ਚੱਲ ਰਿਹਾ? हाँ, इसके ऊपर मैं वर्क कर रहा हूँ अभी। ਅੱਛਾ, ਮਤਲਬ ਇਹ ਵੀ ਜਿੰਨੀ ਜ਼ਮੀਨ ਹੋਊਗੀ, ਜਿੰਨਾ ਏਰੀਆ ਹੋਊਗਾ ਉਹਦੇ ਹਿਸਾਬ ਦੇ ਨਾਲ ਹੀ, ਮਤਲਬ ਇਹ ਵੀ ਨਹੀਂ ਹੋਊਗਾ ਵੀ ਮਸ਼ੀਨ 'ਚੋਂ ਡਿੱਗੀ ਜਾਂਦਾ ਤੇ ਵੱਧ ਘੱਟ ਵੀ ਕਿਤੇ ਬੀਜਿਆ ਗਿਆ ਫਸਲ, ਕਿਤੇ ਬੀਜ ਜ਼ਿਆਦਾ ਗਿਰ ਗਿਆ, ਖਰਾਬ ਹੋ ਜੂਗੀ, ਨਸ਼ਟ ਹੋ ਜੂਗੀ। हाँ, उस पर मैं वर्क कर रहा हूँ कि बीड्स एक्स्ट्रा ना गिरे, ज़्यादा ना गिरे, लिमिटेड अमाउंट में।
ਅੱਛਾ ਅੱਛਾ ਵਿਰਾਜ, ਹੋਰ ਇਸ ਤੋਂ ਇਲਾਵਾ ਹੋਰ ਕੀ ਫੰਕਸ਼ਨ ਨੇ ਇਹਦੇ ਵਿੱਚ? इसमें मैंने एक फर्टिलाइज़र ऐड की है इधर। इसमें अभी पानी नहीं डाला है तो अभी ये नहीं चलेगा। तो इसमें मैंने एक डीसी पंप ऐड की है ਅੱਛਾ जिससे हम अपनी जो सारी क्रॉप्स हैं उनमें फर्टिलाइजर्स ऐड कर सकते हैं कि ताकि उनको फॉर अ बेटर यील्ड। तो अब जो इसका ਅੱਛਾ, ਇਹ ਤੁਹਾਨੂੰ ਮੈਂ ਪੰਜਾਬੀ 'ਚ ਸਿੱਧੇ ਸ਼ਬਦਾਂ ਦੇ ਵਿੱਚ ਸਮਝਾ ਦਿੰਦਾ ਵੀ ਕੀਟਨਾਸ਼ਕ ਸਪਰੇਆਂ ਜਿਹੜੀਆਂ ਆਪਾਂ ਵੈਸੇ ਤੱਕ ਫਸਲਾਂ ਨੂੰ ਘੱਟ ਕਰੋ, ਕਿਉਂਕਿ ਜਿਹੜੀ ਧਰਤੀ ਆ ਉਹ ਵੀ ਵਿਚਾਰੀ ਨਸ਼ੇੜੀ ਕਹਿ ਸਕਦੇ ਆ ਉਹਨੂੰ, ਆਪਾਂ ਗਲੂਕੋਜ਼ ਦੇ ਉੱਤੇ ਲਾ ਦਿੱਤੀ ਹੈ। ਵੱਧ ਫਸਲ ਦੇ ਚੱਕਰ ਦੇ ਵਿੱਚ ਅਸੀਂ ਇੰਨੇ ਕੀ ਦਵਾਈਆਂ ਦੀ ਸਪਰੇਅ ਕਰ ਰਹੇ ਆ, ਤਾਂ ਨੈਚੁਰਲ ਜਿਹੜੀਆਂ ਹੈਗੀਆਂ, ਚਲੋ ਕਈ ਵਾਰ ਘਾਟਾ ਜ਼ਰੂਰ ਪੈਂਦਾ ਹੈ, ਪਰ ਹੌਲੀ ਹੌਲੀ ਕਹਿੰਦੇ ਜ਼ਮੀਨ ਦੀ ਗੁਣਵੱਤਾ ਵੱਧ ਜਾਂਦੀ ਹੈ 2-4 ਸਾਲਾਂ ਦੇ ਵਿੱਚ। ਪਰ ਜੁਗਾੜ ਤੁਹਾਡੇ ਲਈ ਇਹ ਵੀ ਤਿਆਰ ਕੀਤਾ ਹੋਇਆ, ਤੁਸੀਂ ਆਪਣੇ ਫਸਲ ਨੂੰ ਸਪਰੇਅ ਵੀ ਕਰ ਸਕਦੇ ਹੋ, ਉਹਦੇ ਵਿੱਚ ਜ਼ੋਰ ਵੀ ਨਹੀਂ ਲੱਗੇਗਾ ਐਦਾਂ ਦੀ। ਇਸ ਚੀਜ਼ ਨੂੰ ਇੱਕ ਗੱਲ ਦਾ ਤੁਸੀਂ ਧਿਆਨ ਦੇ ਵਿੱਚ ਰੱਖੋ ਕਿ ਇਹ ਸਿਰਫ ਮਾਡਲ ਹੈ। ਐ ਨਾ ਸੋਚਿਓ ਵੀ ਇਹ ਤੁਹਾਡੇ ਖੇਤਾਂ ਦੇ ਵਿੱਚ ਇਹੀ ਚੱਲੂਗਾ, ਜਾ ਕੇ ਇਹੀ ਸਪਰੇਅ ਕਰੂਗਾ, ਇਹੀ ਪੈਲੀ ਤੁਹਾਡੀ ਵਾਹੂਗਾ। ਇਹ ਸਿਰਫ ਇੱਕ ਮਾਡਲ ਹੈ। ਜਦੋਂ ਇਹ ਵੱਡੇ ਪੈਮਾਨੇ ਦੇ ਉੱਤੇ ਤਿਆਰ ਹੋਊਗਾ, ਟੈਕਨੋਲੋਜੀ ਜਿਹੜੀ ਇਹਦੇ ਵਿੱਚ ਪ੍ਰੋਪਰ ਯੂਜ਼ ਕੀਤੀ ਜਾਊਗੀ, ਤਾਂ ਵਾਕਿਆ ਤੁਸੀਂ ਸੋਚ ਕੇ ਹੈਰਾਨ ਹੋਵੋਗੇ ਕਿ ਇੱਕ 6ਵੀਂ ਜਮਾਤ ਦੇ ਵਿਦਿਆਰਥੀ ਦੇ ਵੱਲੋਂ ਕਿਸਾਨਾਂ ਦੇ ਲਈ ਕਿੰਨਾ ਵੱਡਾ ਉਪਰਾਲਾ ਕੀਤਾ ਗਿਆ, ਕਿੰਨਾ ਵੱਡਾ ਜਿਹੜੀ ਇੱਕ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ, ਔਰ ਕ੍ਰਿਸ਼ੀ ਬੋਟ ਇਸ ਨੂੰ ਨਾਮ ਦਿੱਤਾ ਗਿਆ। ਅੱਛਾ ਵਿਰਾਜ, ਇਸ ਤੋਂ ਅੱਗੇ ਕੀ ਫੰਕਸ਼ਨ ਹੈ? इसका जो लास्ट फंक्शन है वो इसके हार्वेस्टर है। ਅੱਛਾ ਅੱਛਾ, ਤਮਾਮ ਆਪਾਂ ਦੇਖੋ ਹਾਰਵੈਸਟਰ ਮਤਲਬ ਜਦੋਂ ਤੁਸੀਂ ਫਸਲ ਵੱਢਣੀ ਹੈ, ਕਣਕ ਝੋਨੇ ਦੀ ਫਸਲ ਜਦੋਂ ਵੱਢਣੀ ਹੈ, ਤਾਂ ਦੇਖੋ ਅਲੱਗ-ਅਲੱਗ ਚੀਜ਼ਾਂ ਤੁਹਾਡੇ ਕੋਲ, ਸਪਰੇਅ ਵਾਲੀ ਅਲੱਗ ਮਸ਼ੀਨ ਹੋਊਗੀ। ਇਸ ਤੋਂ ਇਲਾਵਾ ਜਦੋਂ ਫਸਲ ਵੱਢਦੇ ਆ ਤਾਂ ਕੰਬਾਈਨਸ ਆ ਜਾਂਦੀਆਂ ਨੇ ਖੇਤਾਂ ਦੇ ਵਿੱਚ, ਉਹ ਅਲੱਗ ਲਿਆਉਣੀ ਪੈਂਦੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਜ਼ਮੀਨ ਦੀ ਜਿਵੇਂ ਨਮੀ ਦੀ ਗੱਲ ਕੀਤੀ ਤਾਂ ਉਹਦੇ ਵਾਸਤੇ ਅਲੱਗ ਤੁਹਾਨੂੰ ਐਕਸਪਰਟਸ ਬੁਲਾਉਣੇ ਪੈਂਦੇ ਨੇ। ਪਰ ਇਹ ਪੈਕੇਜ ਆ, ਫੁੱਲੀ ਪੈਕੇਜ ਆ, ਇੱਕੋ ਚੀਜ਼ ਦੇ ਨਾਲ ਜ਼ਮੀਨ ਨੂੰ ਵਾਹੁਣ ਤੋਂ ਲੈ ਕੇ, ਤਿਆਰ ਕਰਨ ਤੋਂ ਲੈ ਕੇ, ਪਾਣੀ ਲਗਾਉਣ ਤੋਂ ਲੈ ਕੇ, ਫਸਲ ਬੀਜਣ ਤੱਕ, ਬੀਜਣ ਤੋਂ ਵੱਢਣ ਤੱਕ ਸਾਰੀਆਂ ਸਹੂਲਤਾਂ ਇਸ ਰੋਬੋਟਸ ਦੇ ਵਿੱਚ ਵਿਰਾਜ ਦੇ ਵੱਲੋਂ ਪਾ ਦਿੱਤੀਆਂ ਗਈਆਂ ਨੇ। ਅੱਛਾ ਵਿਰਾਜ, ਇਹ ਫਸਲ ਨੂੰ ਵੱਢੇਗਾ, ਫਿਰ ਇਹਦਾ ਉਹ ਵੀ ਕੋਈ ਫੰਕਸ਼ਨ ਹੈਗਾ ਵੀ ਜਿਵੇਂ ਆਪਾਂ ਫੈਂਸ ਦੇਖ ਰਹੇ ਹਾਂ, ਵੱਢ ਤਾਂ ਦਊਗਾ, ਫਿਰ ਕਿਸ ਪਾਸੇ ਨੂੰ ਜਾਊਗੀ ਫਸਲ, ਕਿਵੇਂ ਸੰਭਾਲ ਹੋਊਗੀ ਇਹਦੀ? ये ऐसे बिखर जाएगी। ਅੱਛਾ ਅੱਛਾ, ਅਲੱਗ-ਅਲੱਗ ਸਾਈਡ ਨੂੰ ਜਿੱਧਰ ਨੂੰ ਚੱਲੂਗਾ ਉਧਰ ਨੂੰ हाँ ਹੋਈ ਜਾਊਗੀ ਹੈ। हाँ। ਹਾਂ ਹਾਂ। ਅੱਛਾ, ਸੀਸੀਟੀਵੀ ਵੀ ਆਪਾਂ ਦੇਖ ਰਹੇ ਹਾਂ ਇਹਦੇ ਵਿੱਚ। तो ये एक वाईफाई कैमरा है जिससे जो हमारा फार्मर है वो सारे फील्ड के ऊपर एक चेक रख सकता है, पूरा व्यू कर सकता है अपना फील्ड। ਅੱਛਾ ਅੱਛਾ, ਸਿੱਧੇ ਸ਼ਬਦਾਂ ਦੇ ਵਿੱਚ ਹੁਣ ਇਹ ਵੀ ਮੈਂ ਦੱਸ ਦਿੰਦਾ, ਸਭ ਤੋਂ ਵੱਡੀ ਸਮੱਸਿਆ ਕਿਸਾਨਾਂ ਦੀ, ਸਰਕਾਰ ਤੱਕ ਦੀ ਵੀ ਇਹੀ ਹੈ ਕਿ ਅਵਾਰਾ ਪਸ਼ੂਆਂ ਤੋਂ ਤੁਹਾਨੂੰ ਫਸਲਾਂ ਬਚਾਉਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ, ਚੋਰੀ ਤੋਂ ਦਿੱਕਤ ਆਉਂਦੀ ਆ, ਫਸਲ ਕੋਈ ਵਾਰ ਵੱਢ ਕੇ ਕੋਈ ਲੈ ਜਾਂਦਾ। ਤਾਂ ਜੇਕਰ ਸੀਸੀਟੀਵੀ ਚੱਲਦਾ ਹੋਊਗਾ, ਖੇਤ ਦੇ ਵਿੱਚ ਅਲੱਗ-ਅਲੱਗ ਕੋਨਿਆਂ ਦੇ ਵਿੱਚ, ਨੁੱਕਰਾਂ ਦੇ ਵਿੱਚ, ਖੇਤ ਦੇ ਵਿੱਚ ਫਿਰੂਗਾ, ਤਾਂ ਉਸ ਦੀਆਂ ਤਸਵੀਰਾਂ ਤੁਹਾਡੇ ਫੋਨ ਦੇ ਵਿੱਚ ਆਉਣਗੀਆਂ, ਤਾਂ ਤੁਹਾਨੂੰ ਬਾਰ-ਬਾਰ ਖੇਤ ਦੇ ਵਿੱਚ ਗੇੜਾ ਮਾਰਨ ਦੀ ਲੋੜ ਨਹੀਂ ਪੈਣੀ। ਉਹ ਤੁਸੀਂ ਇੱਕ ਵਾਰ ਗੇੜਾ ਮਾਰ ਕੇ, ਜਾਂ ਤੁਹਾਨੂੰ ਉੱਥੋਂ ਦਿਖੂਗਾ ਵੀ ਫਸਲ ਸਾਡੀ ਠੀਕ ਹੈ, ਕੋਈ ਫਸਲ ਵੱਢ ਤੇ ਨਹੀਂ ਰਿਹਾ, ਕੋਈ ਚੋਰੀ ਜਾਂ ਅਵਾਰਾ ਪਸ਼ੂ ਤਾਂ ਨਹੀਂ ਤੁਹਾਡੀ ਫਸਲ ਖਰਾਬ ਕਰ ਰਹੇ, ਤਾਂ ਇਹ ਸੀਸੀਟੀਵੀ ਕੈਮਰਾ ਤੁਹਾਡੀ ਉੱਥੇ ਫਿਰ ਦੋਸਤ ਵਾਂਗ ਮਦਦ ਕਰੇਗਾ। ਤਸਵੀਰਾਂ ਦੇਖ ਕੇ ਝੱਟ ਤਾਂ ਨਹੀਂ ਖੇਤ ਆਓਗੇ, ਸਮਾਂ ਬਚੇਗਾ, ਲੇਬਰ ਬਚੇਗੀ, ਰਾਖੀ ਬੰਦਾ ਨਹੀਂ ਰੱਖਣਾ ਪਏਗਾ। ਤਾਂ ਫੁੱਲੀ ਪੈਕੇਜ ਵਿਰਾਜ ਦੇ ਵੱਲੋਂ ਤਿਆਰ ਕੀਤਾ ਗਿਆ। ਅੱਛਾ ਵਿਰਾਜ, ਇੰਡੀਆ ਬੁੱਕ ਆਫ ਰੈਕਰਡਸ ਦੇ ਵਿੱਚ ਸੋਚਿਆ ਸੀਗਾ ਨਾਮ ਆ ਜਾਊਗਾ, ਇੰਨਾ ਪ੍ਰੋਜੈਕਟ ਤਾਂ ਤਿਆਰ ਕਰ ਲਿਆ ਸੀਗਾ? ऐसे मैंने एक्सपेक्ट तो नहीं किया था कि मेरा नाम आ जाएगा, लेकिन मैंने हार्ड वर्क बहुत किया था इसके लिए। ਅੱਛਾ, ਕਿੰਨਾ ਕੁ ਸਮਾਂ ਫਿਰ ਦਿੰਦੇ ਸੀਗੇ ਇਹਨੂੰ, ਕਿੰਨਾ ਕੁ ਟਾਈਮ ਲੱਗ ਗਿਆ ਤਿਆਰ ਕਰਨ ਨੂੰ? मेरे को इसको बनाने में अराउंड 3 to 4 मंथ्स लगे थे। ਅੱਛਾ, ਖਰਚਾ ਕਿੰਨਾ ਕਰਤਾ ਫਿਰ ਇੱਥੇ? इस पे अराउंड 30,000 तक का। ਅੱਛਾ ਅੱਛਾ ਵਿਰਾਜ, ਫਿਰ ਟਾਈਮ ਕਿਵੇਂ ਦਿੰਦੇ ਸੀਗੇ ਇਹਨੂੰ, ਕਿਉਂਕਿ ਸਕੂਲ ਵੀ ਜਾਣਾ ਹੁੰਦਾ ਹੈ, ਹੋਮਵਰਕ, एग्जाम्स, टेस्ट वगैरह, क्लास टेस्ट, फिर टाइम किवें ਕੱਢਦੇ ਸੀਗੇ ਇਹਦੇ ਵਾਸਤੇ? ये मैंने लॉकडाउन में बनाया था। अब लॉकडाउन में जैसे सब कुछ ऑनलाइन था तो मेरे लिए काफ़ी बड़ा एडवांटेज था, तो मैंने लॉकडाउन के अंदर ही प्रोजेक्ट बनाया था। ਅੱਛਾ, ਫਾਦਰ ਸਾਹਿਬ ਡਾਕਟਰ ਨੇ, ਤੁਸੀਂ ਕਿਹਾ ਮੇਰੇ ਤੁਹਾਡੇ ਗ੍ਰੈਂਡਫਾਦਰ ਵੀ ਡਾਕਟਰ ਨੇ, ਤਾਂ ਤੁਸੀਂ ਨਹੀਂ ਸੋਚਿਆ ਉਧਰ ਜਾਣਾ ਜਾਂ ਫਿਰ ਇੱਧਰਲੇ ਪਾਸੇ ਹੀ ਆਉਣਾ? मेरे को मेडिकल लाइन में इंटरेस्ट नहीं है। ਅੱਛਾ, ਤਾਂ ਚਲੋ ਇਹ ਵੀ ਚੰਗੀ ਗੱਲ ਹੈ। ਕਈ ਵਾਰ ਆਪਾਂ ਥੋਪ ਦਿੰਦੇ ਬੱਚਿਆਂ ਦੇ ਉੱਤੇ ਵੀ ਜੇ ਮੈਂ ਡਾਕਟਰ ਹਾਂ ਤਾਂ ਤੂੰ ਵੀ ਡਾਕਟਰ ਹੀ ਬਣਨਾ ਪੁੱਤ, ਤੇ ਜੇ ਮੈਂ ਇੰਜੀਨੀਅਰ ਹਾਂ ਤੂੰ ਵੀ ਇੰਜੀਨੀਅਰ ਹੀ ਬਣਨਾ। ਇਹ ਵੀ ਚੰਗੀ ਆਜ਼ਾਦੀ ਹੈ ਬੱਚੇ ਨੂੰ, ਜੋ ਉਹਦਾ ਦਿਲ ਕਰਦਾ ਹੈ, ਜੋ ਉਹਦਾ ਦਿਮਾਗ ਕਹਿ ਰਿਹਾ, ਜਿਸ ਪਾਸੇ ਉਸ ਬੱਚੇ ਦੀ ਪਾਵਰ ਹੈ, ਉਸ ਪਾਵਰ ਨੂੰ ਸਹੀ ਦਿਸ਼ਾ ਦੇ ਵਿੱਚ ਯੂਜ਼ ਕਰਨਾ ਵੀ ਇੱਕ ਮੈਨੂੰ ਲੱਗਦਾ ਚੰਗਾ ਜਿਹੜਾ ਇੱਕ ਕਦਮ ਹੁੰਦਾ ਫੈਮਿਲੀ ਦਾ। ਵੀਰਾ, ਸਿੱਖਿਆ ਕਿਹਦੇ ਤੋਂ ਹੈ ਸਾਰਾ ਕੁਝ? ये मैंने अपने सारे टीचर से सीखा है। ਅੱਛਾ, ਕੌਣ ਨੇ ਟੀਚਰ ਤੁਹਾਡੇ ਨਾਲ ਨੇ ਜਾਂ ਕੋਈ ਫੈਮਿਲੀ ਦੇ ਵਿੱਚ ਹੈਗਾ ਇੱਥੇ? टीचर मेरे सबसे बड़े टीचर हैं सोनू सर, देन डिम्पल मैम। ਅੱਛਾ,
ਤਾਂ ਮੈਮ ਤੁਸੀਂ ਗਾਈਡ ਕਰਦੇ ਹੋ ਬੱਚੇ ਨੂੰ? मैं इसकी ग्रैंड मदर हूँ ਅੱਛਾ ਜੀ। और हम तो इसको मोटिवेट करते हैं कि जो तुम्हारे माइंड में चीज़ है, हम सब डॉक्टर्स हैं तो ये भी एक साइंस और टेक्नोलॉजी का ही सिस्टम है। और ये जो इसने बनाया है ये भी फार्मर टेक्नोलॉजी, फार्मर्स के लिए एक टेक्नोलॉजी का एक प्राइज़ है, प्रेजेंट है फार्मर्स को। तो हम चाहते हैं कि जैसे मेडिकल फील्ड में हमारे रोबोट्स काम करते हैं और बहुत सारी टेक्नोलॉजी यूज़ होती है और लेप्रोस्कोप यूज़ होते हैं। मेरे हस्बैंड भी डॉक्टर मोहन गुप्ता और मेरे बेटा जो इनके फादर हैं डॉक्टर वरुण गुप्ता, वो डीएमसी के लेप्रोस्कोपिक सर्जन हैं। सो नई नई चीज़ों का हम रिसर्च करते हैं और डेवलप करते हैं, तो वही चीज़ हमारा बच्चा भी कर रहा है। ਪਰ ਪੋਤੇ ਦਾ ਕਿਸਾਨਾਂ ਦੇ ਨਾਲ ਪਿਆਰ ਵੱਧ ਨਹੀਂ ਹੈਗਾ? ਇੱਕ ਪਾਸੇ ਡਾਕਟਰ ਨੇ, ਦਾਦਾ ਪਿਤਾ ਜੀ ਡਾਕਟਰ ਨੇ, ऐसे है ਤਾਂ ਇੱਧਰ ਪਿਆਰ कि ਵੱਧ ਗਿਆ ਕਿਸਾਨਾਂ ਨਾਲ। हम चाहते हैं, हमारी विजन ये है कि ये एक गवर्नमेंट एक्सेप्ट करे और इसको बनाए बहुत सारे, जैसे अब कंबाइंस वगैरह किराए पे मिल जाती हैं और उपलब्ध हैं सारे फार्मर्स को, ऐसे ही ये रोबोटिक मशीन्स भी बन जाएं इंडिया में और हमारे फार्मर्स का जीवन सुखी हो जाए, हमारी यील्ड फास्ट और अच्छी हो जाए और हमारी लेबर कम हो जाए और हमारे अच्छी तरह की टेक्नोलॉजी वाइज हम किसी और कंट्री से पीछे ना रहें, हमारा देश सबसे ऊपर ऊंचाइयों पे पहुंचे और टेक्नोलॉजी के सिर पर सारे हमारे फार्मर्स भी एजुकेट हो जाएं और बढ़िया फसल उगाएं। ਅੱਛਾ, ਇਹ ਕਹਿੰਦਾ ਵੀ ਹੋਊਗਾ ਵੀ ਪਿੰਡ ਪੁੰਡ ਖੇਤਾਂ ਦਾ ਗੇੜਾ ਗੂੜਾ ਲਵਾਉਣੇ ਉਹਨੂੰ ਵਿੱਚ ਵਿਚਾਲੇ ਕਿਸਾਨਾਂ ਦੇ ਨਾਲ? हम ना पीएयू के एग्रीकल्चर जो कॉलेज है उसके प्रोफेसर्स के कांटेक्ट में हैं और वो भी हमने उनकी मशीन्स भी देखी हैं, इसने भी देखी हैं, उनके सॉइल सेंसर्स देखे हैं, तो उन्होंने भी हमें गाइडेंस दी है। और यहाँ विज रोबो के जो टीचर्स हैं, मैडम डिम्पल है, सर सोनल जो है ना, सोनू सर हैं, उन्होंने बहुत अच्छा गाइड किया। उन्होंने ये प्रोजेक्ट को सिरे लगाया, सिरे चढ़ाया और बेस्ट से बेस्ट हमने भी इसको सपोर्ट किया कि जाओ करो, जो चाहिए लो और अपना पूरा टाइम, अपना ब्रेन सब कुछ लगाओ। एंड ਮੈਡਮ ਉਹਨਾਂ ਨਾਲ ਵੀ ਗੱਲ ਕਰੂੰਗਾ। ਇੱਕ ਸਵਾਲ ਹੋਰ ਲੈਣਾ ਹੈ, ਜਦੋਂ ਬੱਚੇ ਦਾ ਕਹਿੰਦੇ ਇਦਾਂ ਦਾ ਇੰਟਰਸਟ ਹੋਵੇ ਨਾ, ਬੱਚਾ ਫਿਰ ਘਰ ਪਿਆ ਸਮਾਨ ਨੂੰ ਦੇਣਾ ਸ਼ੁਰੂ ਕਰ ਦਿੰਦਾ ਹੈ। ਇਹਦਾ ਕਿਵੇਂ ਘਰੇ ਮਾਹੌਲ ਫਿਰ ਸੀਗਾ ਬਚਪਨ ਤੋਂ ਇਸ ਤਰੀਕੇ ਦੇ ਨਾਲ ਜੁੜਨਾ? इसमें काफ़ी सारी चीज़ें हमने घर से यूज़ करी हैं और कुछ हमारे हॉस्पिटल की पाइप्स वगैरह और जो आईवी सेट्स वगैरह होते हैं वो भी हमने यूज़ किए हैं। ये जो सीड सोवर के नीचे लगा हुआ है ये भी हमारे जो हॉस्पिटल के सामान का ही पार्ट है। तो बाकी हम काफ़ी चीज़ें हमने अलग अलग बाय भी करी हैं इसमें। तो बाकी ਟੀਚਰ ਵੀ ਵਿਰਾਜ ਦੇ ਨਾਲ ਨੇ। ਮੈਮ ਕਿਵੇਂ ਦੇਖਦੇ ਹੋ? ਲੱਗਦਾ ਸੀਗਾ ਵੀ ਤੁਹਾਡਾ ਸਿਖਾਇਆ ਬੱਚਾ ਪੈਂਦੇ ਸੱਟੇ ਹੀ ਵਰਲਡ ਰਿਕਾਰਡ ਬਣਾ ਦੇਗਾ ਪਹਿਲੀ ਚੀਜ਼ ਤੇ, ਸੌਰੀ इंडिया बुक ऑफ रिकॉर्ड्स आ जाएगा? हाँ जी, बहुत प्राउड की बात है कि जी विराज ने ये एक इतनी बड़ी अचीवमेंट हासिल की है जिसमें उसका नाम इंडिया बुक ऑफ रिकॉर्ड्स में आया है। सो मैं डिम्पल वर्मा विज रोबो से हूँ, जहाँ हम 5 से 15 साल के बच्चों को ये ट्रेनिंग प्रोग्राम्स कराते हैं। सो विराज मेरे साथ पिछले 4 सालों से एसोसिएटेड है, जहाँ पे वो हमारे साथ बहुत तरह के डिफरेंट प्रोग्राम्स और टेक्नोलॉजी रिलेटेड चीज़ों को सीख रहा है। और हाल ही में ऑलमोस्ट जब पीछे ये फार्मर्स का प्रोटेस्ट चल रहा था, प्लस उसने एक एग्जीबिशन भी अटेंड की, जिससे उसको एक आइडिया आया कि क्यों ना हम एक ऐसा प्रोजेक्ट बनाएं जो कि हमारे फार्मर्स के लिए हम एक ऐसा सोल्यूशन लेकर आ पाएँ कि घर बैठे एक फार्मर अपने फार्म का पूरा व्यू ले पाए, सारी चीज़ें जो वो हर किसान चाहता है कि अपने पूरे फार्म पे वो कर पाए, वो सब चीज़ों के लिए हम उसको एक रोबोट की शेप में वो दे पाएँ। सो ये एक आइडिया था, जो हमने भी कोशिश की कि हम इस आइडिया को अच्छे से इम्प्लीमेंट कर पाएँ। डेफिनेटली विराज की डेडिकेशन और मेहनत है और आज हम सब इस मुकाम पे पहुंच गए हैं जहां मुझे लगता है कि एक बहुत बड़ी अचीवमेंट हमने हासिल ਕਲਪਨਾ ਤਾਂ ਹੁਣ ਇਸ ਚੀਜ਼ ਨੂੰ ਦੇਖ ਕੇ ਕਿਸਾਨ ਕਲਪਨਾ ਤਾਂ ਕਰਨ ਲੱਗ ਪਿਆ ਹੋਊਗਾ। ਤੁਸੀਂ ਕੀ ਦੇਖਦੇ ਹੋ ਕਿਹੜੀਆਂ ਚੀਜ਼ਾਂ, ਇੱਕ ਓਨੈਸਟਲੀ ਜੇ ਜਵਾਬ ਦੇਣਾ ਹੋਵੇ ਤਾਂ ਅੱਜ ਇਹੀ ਮਾਡਲ ਨੂੰ ਜੇਕਰ ਪ੍ਰੈਕਟੀਕਲੀ ਵਰਕਿੰਗ ਵਾਲੇ ਮਾਡਲ ਦੇ ਵਿੱਚ ਤਿਆਰ ਕਰਨਾ ਹੋਵੇ ਤਾਂ ਕਿੰਨਾ ਕੁ ਸਮਾਂ ਲੱਗ ਸਕਦਾ ਹੈ, ਜਾਂ ਕਿਹੜੀਆਂ ਜਿਹੜੀਆਂ ਕੋਈ ਮੁਸ਼ਕਲ ਜਿਹੜੀ ਹੈ ਜਾਂ ਸਰਕਾਰ ਪੱਖੋਂ ਮਦਦ ਹੋਵੇ ਤਾਂ ਇਹ ਚੀਜ਼ਾਂ ਕਿਸਾਨਾਂ ਵਾਸਤੇ ਤਿਆਰ ਹੋ ਸਕਦੀਆਂ ਨੇ? देखिए, अगर आप इस मॉडल को देखें तो मेरे ख्याल से एक एक फीचर हर किसान की वो मदद कर सकता है जो उसको वो रूटीन में चीज़ों को यूज़ करता है। जैसे कि एक 360 डिग्री कैमरा लगा है इसमें, तो एक किसान घर बैठे अपने पूरे फार्म का व्यू ले सकता है जस्ट एक मोबाइल और एक इंटरनेट कनेक्शन की तरफ से। प्लस उसमें ये कैसे हमने सीड्स कैसे सो करने हैं, कौन से उसको सॉइल
जो कि चेक करना है उसको कि कैसे उसका मॉइस्चर लेवल कैसा है, पानी उसको अभी देना है, इरिगेशन करना है नहीं करना है, फर्टिलाइजेशन जो कि बहुत ही ज़रूरी रहता है इरिगेशन में, उस चीज़ को भी हमने कंसिडर किया है, प्लस क्रॉप्स को कैसे प्लो और हार्वेस्ट करना है। सो एक एक चीज़ को कंसिडर करके हमने इसमें कोशिश की है कि हम एक ऐसे फीचर्स लाएं जो कि प्रैक्टिकली यूज़ कर पाए हर किसान। रेस्ट हम एक अब सर्वे करने जा रहे हैं जहाँ पे हम फार्मर्स से मिलेंगे और उनसे इन चीज़ों के ऊपर बहुत सारी चीज़ें हो सकता है हमें उनसे मिल के पता चले कि वो कौन से ऐसे फीचर्स इसमें इम्प्लीमेंट करना चाहेंगे। ਬਿਲਕੁਲ ਗੱਲਬਾਤ ਕਰ ਲਈ ਮੈਮ, ਤੁਹਾਡਾ ਤੇ ਧੰਨਵਾਦ, ਤੁਹਾਡਾ ਮੈਮ ਧੰਨਵਾਦ, ਔਰ ਵਿਰਾਜ ਦਾ ਸਪੈਸ਼ਲੀ ਧੰਨਵਾਦ ਜਿਹਨੇ ਕਿਸਾਨੀ ਦੇ ਦਰਦ ਨੂੰ ਸਮਝਿਆ ਹੈ, ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਔਰ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ, ਇੱਕ ਮਾਡਲ ਤਿਆਰ ਕਰ ਦਿੱਤਾ। ਅੱਗੇ ਕੰਮ ਸਰਕਾਰਾਂ ਦੇ ਹੈ, ਅੱਗੇ ਕੰਮ ਉਹਨਾਂ ਸੰਸਥਾਵਾਂ ਦੇ ਨੇ ਜੋ ਸਰਕਾਰਾਂ ਦੇ ਵੱਲੋਂ ਫੀਲਡ ਦੇ ਵਿੱਚ ਉਤਾਰੀਆਂ ਗਈਆਂ ਨੇ ਕਿ ਉਹ ਅਜਿਹੀਆਂ ਚੀਜ਼ਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਇਹਨਾਂ ਨੂੰ ਤਿਆਰ ਕਿਵੇਂ ਕਰੇ। ਫਿਲਹਾਲ ਕੈਮਰਾਮੈਨ ਨਰੇਸ਼ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਲੁਧਿਆਣਾ।